बिस्मिल्लाहिर्रहमानिर्रहीम वेलकम करदा जी तुहानूं अपने यूट्यूब चैनल काशी मोबाइल ते आसान कारोबार कार्ड ते जिन्ना आई डी कार्ड तू अपलाई किया गया है जिहड़े आई डी कार्ड तो उस आई डी कार्ड दे प्राइम मिनिस्टर यूथ लोन स्कीम दे अपलाई किया जा सकता है। तो जिस टाइम असी उस आई डी कार्ड के जरिए अपलाई करके डेटा सबमिट करते हैं तो उत्थे आ जाता है कि नहीं तुहाडा डेटा ऑलरेडी मौजूद है, तुसी अपलाई नहीं कर सकते। इसका मतलब है कि तुसी यूथ स्कीम दे अपलाई करो तो उहदे लई कोई होर फैमिली मैंबर का आई डी कार्ड लवो, घर दे विच किसी होर दे नाम दे अपलाई कर लो, अपने नाम दे तुसी अपलाई नहीं कर सकते। लेकिन जिहड़े रिजैक्ट हो चुके हैं आसान कारोबार कार्ड दे विच ਉਹ ਅਪਲਾਈ ਕਰ ਲੈਣ ਉਹਦੇ 'ਤੇ, ਲੇਕਿन ਉਹ ਇਸ ਲਈ ਉਹਨਾਂ ਨੂੰ ਮੈਂ ਮਸ਼ਵਰਾ ਦਿਆਂਗਾ ਕਿ ਤੁਸੀਂ ਆਪਣੇ ਕਾਰਡ ਤੋਂ ਨਾ ਕਰੋ, ਕਿਉਂਕਿ ਤੁਸੀਂ ਆਲਰੇਡੀ AKC ਤੋਂ ਰਿਜੈਕਟ ਹੋ ਗਏ ਹੋ ਅਤੇ ਤੁਹਾਡੇ ਉੱਥੇ ਵੀ ਰਿਜੈਕਟ ਹੋਣ ਦੇ ਜ਼ਿਆਦਾ ਚਾਂਸਸ ਨੇ। ਅੱਛਾ ਜੀ, ਅੱਜ ਅਸੀਂ ਥੋੜ੍ਹੀ ਜਿਹੀ ਗੁਫ਼ਤਗੂ ਕਰਾਂਗੇ ਆਸਾਨ ਕਾਰੋਬਾਰ ਕਾਰਡ। ਇਹਦਾ ਨਾਮ ਤਾਂ ਦੇ ਦਿੱਤਾ ਗਿਆ ਆਸਾਨ ਕਾਰੋਬਾਰ ਕਾਰਡ, ਆਇਆ ਕਿ ਇਹ ਵਾਕਈ ਆਸਾਨ ਸੀ ਜਾਂ ਇਹਨੂੰ ਬਹੁਤ ਜ਼ਿਆਦਾ ਡਿਫੀਕਲਟ ਔਰ ਬਹੁਤ ਜ਼ਿਆਦਾ ਮੁਸ਼ਕਿਲ ਬਣਾ ਦਿੱਤਾ ਗਿਆ। ਅਗਰ ਅਸੀਂ ਪਹਿਲੇ ਆਉਣ ਵਾਲੀ तमाम ਸਕੀਮਾਂ ਨੂੰ ਮੱਦੇਨਜ਼ਰ ਰੱਖੀਏ, ਯਾਨੀ ਕਿ ਅੱਜ ਤੋਂ ਪਹਿਲਾਂ ਜਿਹੜੀਆਂ ਸਕੀਮਾਂ ਚੱਲ ਚੁੱਕੀਆਂ ਨੇ, ਜਿਹੜੀ ਵੀ ਹਕੂਮਤ ਆਈ ਉਹਨੇ ਕੋਈ ਨਾ ਕੋਈ ਸਕੀਮ ਚਲਾਈ, ਉਹਨਾਂ ਦੀ ਨਿਸਬਤ ਇਹਦੇ ਵਿੱਚ ਅਪਲਾਈ ਕਰਨ ਦਾ ਜਿਹੜਾ ਤਰੀਕਾਕਾਰ ਸੀ ਉਹ ਬਹੁਤ ਆਸਾਨ ਸੀਗਾ ਕਿ ਬੰਦਾ ਘਰ ਬੈਠ ਕੇ ਆਪ ਵੀ ਅਪਲਾਈ ਕਰ ਸਕਦਾ ਸੀ ਔਰ ਇਹਦੇ ਵਿੱਚ ਕੋਈ ਵੀ ਐਸਾ ਰਿਕੁਆਇਰ ਨਹੀਂ ਸੀ ਹੈਗਾ ਜਿਹਦੇ ਵਿੱਚ ਸਾਨੂੰ ਕਿਸੇ ਹੋਰ ਕੋਲੋਂ ਡਾਟਾ ਆਪਣਾ ਜਾ ਕੇ ਕਢਵਾਉਣਾ ਪਵੇ। ਮਸਲਨ कोई अपनी स्टेटमेंटा कढ़वानियाँ पैन या अपने ID कार्ड वगैरह तस्दीक करवाने पैन, कुछ भी ऐसा नहीं सी हैगा। ये सिंपल तरीकाकार सी, तुसी खुद भी अपलाई कर सकते सी। स्टेटमेंट है तो ठीक है, नहीं है तो तां अपलाई हो जाता सी आसान कारोबार कार्ड लिए। लेकिन जिस टाइम आ स्कीम अनाउंस की गई उस वक्त वाकई इनू बहुत आसान और बहुत तेज़ी नाल कार्ड दिते गए जिन्होंने स्टार्ट अपलाई कर लिया। लेकिन जिन्होंने बाद चो अपलाई किया, जोड़े लोग बैठे सीगे कि नहीं ये गलत है, एवं नहीं होंदा, कुछ नहीं देंदी गौरमेंट। लेकिन जो उन्होंने देखा कि उन्होंने सज्जे खब्बे वाले जिन्हें अपलाई किया उन्होंने चो किसी एक नूं कार्ड आ गया है, तो फिर उन्हें अंदर की लालच जागी, किसी के अंदर की जरूरत जागी, किसी की उम्मीद जागी और उन्हें फौरी तौर पर एक की जगह दो अपलाई करते। ਹੁਣ ਇੱਥੇ ਬੇਸ਼ੁਮਾਰ ਐਸੇ ਬੰਦੇ ਮੌਜੂਦ ਨੇ ਜਿਨ੍ਹਾਂ ਨੇ ਆਪਣੇ ਲਈ 3-3 4-4 ID ਕਾਰਡ ਨੂੰ ਅਪਲਾਈ ਕੀਤਾ ਹੋਇਆ ਫੈਮਿਲੀ ਆਪਣੀ ਦੇ ਵਿੱਚੋਂ। ਜਿਸ ਟਾਈਮ ਗੌਰਮੈਂਟ ਦੇ ਕੋਲ ਐਪਲੀਕੇਸ਼ਨਾਂ ਜ਼ਰੂਰਤ ਤੋਂ ਜ਼ਿਆਦਾ ਹੋ ਗਈਆਂ, ਬਰਡਨ ਜ਼ਿਆਦਾ ਹੋ ਗਿਆ, ਹੁਣ ਸਾਰੀਆਂ ਦੇ ਐਪਲੀਕੇਸ਼ਨਾਂ ਕਬੂਲ ਨਹੀਂ ਹੋ ਸਕਦੀਆਂ ਸੀ। ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਵੀ ਆਪਣਾ ਥੋੜ੍ਹਾ ਜਿਹਾ ਸ਼ਡਿਊਲ ਚੇਂਜ ਕਰਤਾ ਔਰ ਉਸ ਦੇ ਵਿੱਚ ਛੋਟੀ ਤੋਂ ਛੋਟੀ ਗਲਤੀ ਨੂੰ ਵੀ ਉਹਨਾਂ ਨੇ ਰਿਜੈਕਟ ਕਰਨਾ ਸ਼ੁਰੂ ਕਰਤਾ। ਕੋਈ ਛੋਟੀ ਗਲਤੀ ਵੀ ਸੀ ਤੇ ਉਹਨੂੰ ਵੀ ਉਹ ਰਿਜੈਕਟ ਦਾ ਸਬਬ ਬਣਾ ਦਿੰਦੇ ਸੀ। ਲੇਕਿਨ ਸਭ ਤੋਂ ਜ਼ਿਆਦਾ ਰਿਜੈਕਟ ਔਰ ਸਭ ਤੋਂ ਜਿਹਦੇ ਵਿੱਚ ਕੋਈ ਵੀ ਉਮੀਦ ਨਹੀਂ ਬਚਦੀ, ਬਾਕੀ ਅਗਰ ਕੋਈ ਐਕਸਾਈਜ਼ 'ਚੋਂ ਜਾਂ ਨਾਦਰਾ 'ਚੋਂ ਜਾਂ PMD 'ਚੋਂ ਰਿਜੈਕਟ ਹੁੰਦਾ, ਉਹਨੂੰ ਤਾਂ ਇੱਕ ਉਮੀਦ ਹੁੰਦੀ ਹੈ ਕਿ ਉਹ ਦੁਬਾਰਾ ਸਬਮਿਟ ਦੀ ਵੀ ਆਪਸ਼ਨ ਆ ਗਈ ਹੋਈ ਹੈ ਜਾਂ ਵੈਸੇ ਵੀ ਉਹ ਆਪਣਾ ਉਹ ਮਸਲਾ ਹੱਲ ਕਰ ਦੇਵੇ ਅਤੇ ਕੁਛ ਅਰਸੇ ਬਾਅਦ ਉਹ ਓਕੇ ਹੋ ਜਾਂਦਾ ਸੀ। ਲੇਕਿਨ ਜਿਹੜਾ BOP ਸੀ ਜਿਹਦਾ ਹੁਣ ਚੇਂਜ ਕਰਤਾ ਉਹਨਾਂ ਨੇ ਨਾਮ, ਉਹਦੀ ਤਸਦੀਕ 'ਤੇ ਆ ਕੇ ਕੋਈ ਉਮੀਦ ਨਹੀਂ ਸੀ ਹੁੰਦੀ ਬਾਅਦ ਚੋਂ ਕਿ ਅਗਰ ਉੱਥੋਂ ਰਿਜੈਕਟ ਹੋ ਗਏ ਹੋ ਤੁਸੀਂ ਤਾਂ ਦੁਬਾਰਾ ਤੁਸੀਂ ਆਪਣੀ ਕੋਈ ਚੇਂਜਿੰਗ ਕਰ ਸਕਦੇ ਹੋ, ਦੁਬਾਰਾ ਦੀ ਸਬਮਿਟ ਕਰ ਸਕਦੇ ਹੋ, ਕੋਈ ਐਸੀ ਉਮੀਦ ਨਹੀਂ ਸੀ ਹੁੰਦੀ। ਕੱਲ੍ਹ ਇੱਕ ਦੋਸਤ ਦੀ ਹੈਲਪਲਾਈਨ 'ਤੇ ਗੱਲ ਹੋਈ, ਉਹ ਦੱਸ ਰਿਹਾ ਸੀ ਕਿ ਉਹਨਾਂ ਨੂੰ ਹੈਲਪਲਾਈਨ ਵਾਲਿਆਂ ਨੇ ਕਿਹਾ ਹੈ ਕਿ 1.5 ਤੋਂ 2 ਮਹੀਨਿਆਂ ਤੋਂ ਬਾਅਦ BOP ਦੇ ਰਿਜੈਕਟ ਵਾਲਿਆਂ ਨੂੰ ਦੁਬਾਰਾ ਇੱਕ ਆਪਸ਼ਨ ਦਿੱਤੀ ਜਾਏਗੀ। ਲੇਕਿਨ ਐਸਾ ਪੋਸੀਬਲ ਨਹੀਂ ਲੱਗਦਾ। ਹੈਲਪਲਾਈਨ ਵਾਲੇ ਕਈ ਦਫਾ ਜਾਨ ਛਡਾਉਣ ਲਈ ਵੀ ਕੋਈ ਗੱਲ ਕਰ ਦਿੰਦੇ ਨੇ ਕਿ ਜਿਹੜੇ ਪਹਿਲੇ ਜਿਨ੍ਹਾਂ ਨੇ ਸਟਾਰਟ ਦਰਖਾਸਤਾਂ ਦਿੱਤੀਆਂ ਸੀ ਉਹਨਾਂ ਦੀ ਕਬੂਲ ਹੋ ਗਈਆਂ, ਲੇਕਿਨ ਜਿਨ੍ਹਾਂ ਨੇ ਬਾਅਦ 'ਚੋਂ ਦਿੱਤੀਆਂ ਉਸ ਟਾਈਮ ਐਪਲੀਕੇਸ਼ਨ ਦੀ ਰੇਸ਼ੋ ਜ਼ਿਆਦਾ ਹੋ ਗਈ ਅਤੇ ਉਹ ਰਿਜੈਕਟ ਹੋਣ ਦੀ ਰੇਸ਼ੋ ਵੀ ਬਹੁਤ ਜ਼ਿਆਦਾ ਹੋ ਗਈ। ਲੇਕਿਨ BOP ਦੀ ਜਿਹੜੀ ਰਿਜੈਕਟ ਹੋ ਰਹੀ ਹੈ ਉਹਦੇ ਵਿੱਚ ਆ ਕੇ ਜਦੋਂ ਅਸੀਂ ਦੇਖਦੇ ਹਾਂ BOP ਦੀ ਰਿਜੈਕਟ ਹੋਣ ਦੀ ਆਪਸ਼ਨ ਵਜ੍ਹਾ ਦੇਖਦੇ ਹਾਂ, ਵਜੂਹਾਤ ਦੇਖਦੇ ਹਾਂ, ਅਤੇ ਫਿਰ ਅਸੀਂ ਕਾਰਡ ਦਾ ਦੇਖਦੇ ਹਾਂ। ਸਕੀਮ ਦਾ ਨਾਮ ਹੈ ਆਸਾਨ ਕਾਰੋਬਾਰ ਕਾਰਡ, ਅਤੇ ਦੋਵੇਂ ਇੱਕ ਦੂਜੇ ਦੇ ਮੁਤਬਾਦਲ ਲੱਗਦੀਆਂ ਨੇ ਕਿਉਂਕਿ ਬੈਂਕ ਜਿਨ੍ਹਾਂ ਨੂੰ ਰਿਜੈਕਟ ਕਰ ਰਿਹਾ ਉਹਦੇ ਸਭ ਤੋਂ ਵੱਡੀ ਰੀਜ਼ਨ ਇਹ ਵਾ ਕਿ ਬੈਂਕ ਸਟੇਟਮੈਂਟ ਨਹੀਂ ਹੈ ਅੱਛੀ। ਹੁਣ ਜਿਹੜਾ ਬੰਦਾ ਇੱਕ ਨਾਰਮਲ ਬਿਜ਼ਨਸ ਕਰ ਰਿਹਾ ਹੈ ਜਾਂ ਨਵੇਂ ਬਿਜ਼ਨਸ ਲਈ ਲੋਨ ਲੈ ਰਿਹਾ ਹੈ, ਉਹਦੇ ਕੋਲ ਬੈਂਕ ਸਟੇਟਮੈਂਟ ਕਿੱਥੋਂ ਆਏਗੀ? ਅਗਰ ਤੁਸੀਂ ਇਹਨੂੰ ਨਾਮ ਦਿੱਤਾ ਆਸਾਨ ਕਾਰੋਬਾਰ ਕਾਰਡ ਔਰ 10 ਲੱਖ ਰੁਪਈਆ ਦਿੱਤਾ ਜਿਹਦੇ ਨਾਲ ਸਿਰਫ ਮਿਡਲ ਕਲਾਸ ਦੇ ਲੋਕ ਕੋਈ ਬਿਜ਼ਨਸ ਨਿਊ ਸਟਾਰਟ ਕਰ ਸਕਦੇ ਨੇ ਜਾਂ ਆਪਣੇ ਚੱਲਦੇ ਹੋਏ ਬਿਜ਼ਨਸ ਨੂੰ ਸਟੇਬਲ ਕਰ ਸਕਦੇ ਨੇ, ਵਧਾ ਸਕਦੇ ਨੇ, ਇਹ ਮਿਡਲ ਕਲਾਸ ਲਈ ਵੈਲਿਊ ਸੀ। ਮਿਡਲ ਕਲਾਸ ਦੇ ਜਦੋਂ ਤੁਸੀਂ 10 ਲੱਖ ਦੀ ਉਹਨਾਂ ਨੂੰ ਸਕੀਮ ਦੇ ਰਹੇ ਹੋ ਨਿਊ ਬਿਜ਼ਨਸ ਲਈ ਜਾਂ ਕਿਸੇ ਵੀ ਆਪਣੇ ਚੱਲਦੇ ਹੋਏ ਬਿਜ਼ਨਸ ਨੂੰ ਮਜ਼ੀਦ ਇਨਕਰੀਜ਼ ਕਰਨ ਲਈ,
ਤੇ ਉਹਦੇ ਕੋਲੋਂ ਅੱਛੀ ਬੈਂਕ ਸਟੇਟਮੈਂਟ ਦੀ ਉਮੀਦ ਨਹੀਂ ਰੱਖਣੀ ਚਾਹੀਦੀ। ਇਹ ਗਵਰਨਮੈਂਟ ਨੇ ਇਹਨਾਂ ਨੂੰ ਇਸ ਨੂੰ ਆਸਾਨ ਕਾਰੋਬਾਰ ਕਾਰਡ ਨੂੰ ਹੁਣ ਮੁਸ਼ਕਲ ਕਾਰੋਬਾਰ ਕਾਰਡ ਬਣਾਤਾ, ਬਲਕਿ ਇੰਤਹਾਈ ਮੁਸ਼ਕਲ ਕਾਰੋਬਾਰ ਕਾਰਡ ਬਣਾਤਾ। ਇਹ ਤੇ ਅਸੀਂ ਸਿਰਫ ਆਸਾਨ ਕਾਰੋਬਾਰ ਕਾਰਡ ਦੇ ਨਾਮ ਦੇ ਉੱਤੇ ਰੋਸ਼ਨੀ ਪਾਣਾ ਔਰ ਉਹਦੇ ਕਰਤੂਤਾਂ ਦੇ ਉੱਤੇ ਰੋਸ਼ਨੀ ਪਾਣਾ ਕਿ ਵਾਕਈ ਇਹ ਆਸਾਨ ਹੈ ਕਿ ਮੁਸ਼ਕਲ ਹੈ। ਤੇ ਹੁਣ ਥੋੜੇ ਜਿਹੇ ਕਮੈਂਟ ਸੈਕਸ਼ਨ ਦੀ ਤਰਫ ਚਲੇ ਜਾਂਦੇ ਆ। ਲਾਸਟ ਵੀਡੀਓ ਦੇ ਵਿੱਚ ਕਾਫੀ ਦੋਸਤਾਂ ਨੇ ਕਮੈਂਟਸ ਕੀਤੇ ਨੇ। ਅੱਛਾ, ਸਾਰੇ ਕਮੈਂਟਸ ਨਹੀਂ ਪੜ੍ਹੇ ਜਾਂਦੇ ਹੁੰਦੇ, ਮੈਂ ਅੱਗੇ ਦੇ ਸਟਾਰਟ ਵਾਲੇ 5-7 ਕਮੈਂਟ ਪੜ੍ਹ ਦਿੰਦਾ ਹੁੰਦਾ ਵਾਂ, ਲੇਕਿਨ ਅੱਜ ਹੀ ਮੈਂ ਕਰਾਂਗਾ ਨਹੀਂ ਕਿ ਕੋਈ ਵੀ ਕਮੈਂਟ ਕਿਸੇ ਜਗ੍ਹਾ ਤੋਂ ਵੀ ਜਾ ਕੇ ਲੈ ਲਾਂਗਾ। सब तो पहले पहला कमेंट लेने हैं जी, ग्रीन स्क्रीन स्टेटस है कोई भाई, गाड़ी के टोकन अदा कर दिए हैं, गाड़ी के टोकन का एरर कब खत्म होगा, नेक्स्ट क्या होगा। भाईजान अगर तुसी टोकन अदा करते हो तो तुहाडी एप्लीकेशन दे सबमिट दी ऑप्शन आई होगी, उन्होंने सबमिट करो जाके तो इंशाल्लाह जल्दी और दोबारा काम शुरू हो जाएगा, वर्क शुरू हो जाएगा तो वो खत्म हो जाएगा। और दूसरी गल ये दस दें कि ईद तो बाद जिन्होंने काफ़ी दोस्त अजे भी व्हाट्सएप पर भी मैसेज कर रहे होंगे ने कि भाई पेड की ऑप्शन आ रही है, कोई स्टेटस नहीं आ रहा। ईद तो बाद यानी कि 31 मार्च तो बाद जिन्हों दोस्तों ने भी अपलाई किया सीगा, बल्कि लास्ट मार्च के भी लास्ट 10-5 दिन जोड़े सीगे उन्होंने भी जिन्होंने अपलाई किया सी उन्हों की एप्लीकेशन के स्टेटस पेड ही आ रहा है। हो सकता है बैकग्राउंड के काम हो रहा हो लेकिन स्टेटस अपडेट नहीं हो रहा, इसलिए सिर्फ इंतजार तो अलावा कुछ भी नहीं कर सकते। तो रोज़ रोज़ एप्लीकेशन भी ना खोल के देखा करो, कोई हफ्ते बाद एक बारी देखा करो, रोज़ रोज़ एक दिन कई बारी देखते हो एप्लीकेशन। अच्छा जी, एक गुलाम अहमद भाई ने, गुलाम अहमद मेरे रेगुलर व्यूवर ने, माशाल्लाह भाई बहुत खुशी होती थोड़ा कमेंट पढ़ के। काशी भाई आसान कारोबार फाइनेंस पर भी वीडियो बनाए। गुलाम अहमद भाई असल टाइम हो गया आउट, फाइनेंस दे विच ना इतना काम कर सके हैं ना इतनी वीडियो बना सके हैं। ये जरा आ जाती अपर क्लास लिए 50 लाख रुपया, मिडल क्लास लिए आसान कारोबार कार्ड से 10 लाख, इसलिए ये ज़्यादा वर्क किया, यदी ही मालूमात ज़्यादा शेयर करते रहे। लेकिन अगर तुहानू फाइनेंस की कोई खास मालूमात चाहिए ने तुसीं व्हाट्सएप से रबता कर लियो मेरे नाल, लेकिन हुण दे टाइम आउट हो गया, हुण जो होना वो हो जाना, मालूमात लैके भी कुछ नहीं कर सकते। अच्छा जी, एक आमर गिल भाई ने, काशी भाई मेरा 2 ऑप्शन शो हो रहा है, तो भाईजान फिर तुसीं हजे अंडर प्रोसैस हो, तुहाडे हजे सिम की वेरीफिकेशन भी शो होनी, पहली 2 हो रही होनी नादरा ते एक्साइज, हजे सिम वाली जी PMD जी पहले होंदी सी वो भी हजे शो होनी है, तुसीं वेट करो सिर्फ। अच्छा जी, इन जी अब्दुल क्यूम, थैंक्स अब्दुल क्यूम भाई, तुहाडा भी शुक्रिया, तुसी वीडियो देखी साडी, मेरे ख्याल है पिछली वीडियो भी देखी है इसलिए तुसी थैंक्स किया। अच्छा जी, अहमद भट्टी, भट्टी साहब एडिट तो कर लेते भाई, सर किहड़ी चीज़ एडिट करनी सी दसो सानू, कोई गलती होगी तो असीं गुस्ताखी की माफ़ी चाहते हैं। भट्टी साहब तुहाडे नाल खास प्यार है सानू। अच्छा जी, नेक्स्ट लेवल कोई भाई है, सर प्रोफाइल के सबसे पहले पार्ट में जहां CNSA नंबर लगाते हैं और पासवर्ड सेट करते हैं वहां फ़ोन पे नंबर गलत लग गया है, प्लीज़ वो फ़ोन नंबर चेंज करने का कोई तरीका नहीं भाईजान, कोई तरीका नहीं है। और दूसरी गल सब तो अहम गल तुहानूं एक होर दसां कि अक्सर BOP वाले भी कह रहे हैं कि जी तुहाडा नादरा की वजह तो रिजेक्ट किया, जबकि नादरा उत्ते तुहानूं टिक कर चुकिया हुंदा है तो BOP को तुसीं वजह पुछदे हो कि नादरा की तुसीं क्यों सानूं रिजेक्ट किया, या तुहानूं दूसरी हेल्पलाइन दिंदे ने, उत्थे तुसीं कॉल करके पुछदे हो, वो तुहानूं दस देण तुसीं डेट ऑफ इशू या डेट ऑफ बर्थ या डेट ऑफ एक्सपायर इन्हां च कोई डेट गलत लिखी है। तो ऐसा पॉसीबल भी हो सकता, मुमकिन भी हो सकता कि असीं वाकई कोई जल्दबाजी डेट गलत लिख गई हुई है किसी जगह पर, लेकिन इन्ने बंदे तो गलत नहीं लिख सकते है क्योंकि वो असीं चैक ही नहीं कर सकते, सानूं वो चीज़ दस देने साडी गलती जिहड़ी असीं चैक नहीं कर सकते। हुण तमाम भाइयों नूं रिक्वेस्ट है कि आसान कारोबार कार्ड जिन्हां दा रिजेक्ट हो गया वो उम्मीद ला देन, वो बार बार किसी होर पासे ट्राई, किसी होर दे नाम दे अपलाई छड्ड देन, काफ़ी हो गया। अगर तो कोई अच्छा है उन्हां कोल, क्योंकि जिन्ने भी नवे अपलाई होए ने उन्हां दे हजे तक वर्क नहीं होया, कोई अपडेट नहीं हुई। इसलिए मैं पहले भी तुहानूं पता कि मैं पहले भी अपनी कई वीडियो कह चुका कि हुण अपलाई करना बंद कर दिओ, मैं हुण फिर कह रहा कि हुण अपलाई करना बंद कर दिओ, बस कर दिओ। जिन्नी उन्हां दी अमाउंट सी, जिन्नी उन्होंने देने सीगे पैसे जिन्ने लोगों नूं, वो उन्हां दी तादाद पूरी हो चुकी है तकरीबन। हुण उन्होंने एडी आसानी नाल किसी नूं भी यानी कि ओके नहीं करना हैगा। तुसी उम्मीद ला दिओ इहदी, हुण किसी होर चीज़ की उम्मीद रखो, अल्लाह पाक खैर करेगा, अल्लाह पाक तो बेहतरी की उम्मीद रखो। घर के किसी होर मैंबर के ID कार्ड के उत्ते प्राइम मिनिस्टर यूथ स्कीम के उत्ते अपलाई कर दिओ। मेरी इंशाल्लाह कल की वीडियो या अज ही शायद आ जाए जिहदे च मैं पूरा तरीका तुहानूं दसांगा कंप्यूटर स्क्रीन दे
ਕਿ ਪ੍ਰਾਈਮ ਮਿਨਿਸਟਰ ਯੂਥ ਸਕੀਮ ਦੇ ਕਿਵੇਂ ਤੁਸੀਂ ਅਪਲਾਈ ਕਰਨਾ ਹੈ। ਬਿਲਕੁਲ ਤੁਸੀਂ ਉਹਨੂੰ ਫਾਲੋ ਕਰਕੇ ਅਪਲਾਈ ਕਰਿਓ ਤਾਂ ਕਿ ਗਲਤੀ ਦੀ ਗੁੰਜਾਇਸ਼ ਨਾ ਰਵੇ ਕੋਈ ਵੀ, ਤੇ ਇਨਸ਼ਾਅੱਲਾ ਤੁਹਾਡਾ ਉਹਦੇ ਲੋਨ ਹੋ ਜਾਏਗਾ ਅਪਲਾਈ। ਲੇਕਿਨ ਫਿਰ ਮੈਂ ਬਾਅਦ 'ਚੋਂ ਐਂਡ 'ਚ ਫਿਰ ਕਹਾਂਗਾ ਕਿ 5 ਲੱਖ ਦੇ ਉੱਤੇ ਨਾ ਅਪਲਾਈ ਕਰਿਓ। ਮੈਂ ਸਿਰਫ 5 ਲੱਖ ਦੀ ਗੱਲ ਕਰਾਂਗਾ। 5 ਲੱਖ ਦੇ ਉੱਤੇ ਜਿਹੜਾ ਉਹ ਕਲੀਅਰ ਸੂਦ ਕਹਿ ਰਹੇ ਨੇ, ਇਸ ਲਈ ਉਸ ਤੋਂ ਬਚੋ। ਕੱਲ ਮੇਰੇ ਨਾਲ ਇੱਕ ਦੋਸਤ ਨੇ WhatsApp 'ਤੇ ਰਾਬਤਾ ਕੀਤਾ, ਉਹਨੇ ਬਹੁਤ ਅੱਛੀ ਗੱਲ ਕੀਤੀ। ਮੈਂ ਵੀ ਇੱਕ ਦੋ ਦਫਾ ਇਹ ਗੱਲ ਸੋਚ ਚੁੱਕਿਆ ਸੀ, ਲੇਕਿਨ ਮੈਂ ਇਹਦੇ 'ਤੇ ਮੁਕੰਮਲ ਵਰਕ ਨਹੀਂ ਕਰ ਸਕਿਆ। ਉਹਨਾਂ ਨੇ ਕਿਹਾ ਜੀ ਕਿ ਤੁਸੀਂ, ਮੈਂ ਪਿਛਲੀ ਵੀਡੀਓ 'ਚ ਕਿਹਾ ਸੀ ਕਿ 5 ਲੱਖ ਤੱਕ ਅਪਲਾਈ ਕਰਿਓ, ਇਸ ਤੋਂ ਉੱਤੇ ਸੂਦ ਆ, ਔਰ ਸੂਦ ਵਾਲੀ ਚੀਜ਼ ਦਾ ਮੈਂ ਕਿਸੇ ਦਾ ਵੀ ਨਹੀਂ ਤੁਹਾਨੂੰ ਕਹਾਂਗਾ, ਮੈਂ ਉਹਦੀ ਬਿਲਕੁਲ ਕੋਈ ਪਬਲਿਸਿਟੀ ਵੀ ਨਹੀਂ ਕਰਾਂਗਾ। ਤੇ ਉਹਨਾਂ ਬਾਈ ਨੇ ਮੇਰੇ ਨਾਲ WhatsApp 'ਤੇ ਰਾਬਤਾ ਕੀਤਾ, ਉਹਨਾਂ ਨੇ ਕਿਹਾ ਜੀ ਤੁਹਾਡੀ ਮੈਨੂੰ ਇਹ ਗੱਲ ਬਹੁਤ ਅੱਛੀ ਲੱਗੀ। ਮੈਂ ਕਿਹਾ ਬਹੁਤ ਸ਼ੁਕਰੀਆ ਤੁਹਾਡਾ। ਤੇ ਤੁਸੀਂ ਇਹ ਦੱਸੋ ਕਿ ਜਿਹੜਾ 10 ਲੱਖ ਤੱਕ ਅਪਲਾਈ ਕਰ ਰਹੇ ਹਾਂ ਅਸੀਂ ਆਸਾਨ ਕਾਰੋਬਾਰ ਕਾਰਡ, ਉਹਦੇ 'ਤੇ ਜਿਹੜਾ 25,000 ਰੁਪਈਆ ਕਾਰਡ ਫੀਸ ਹੈ, ਉਹਦਾ ਨਾਮ ਦਿੱਤਾ ਗਿਆ ਕਾਰਡ ਫੀਸ, ਤੇ 1-2 ਹਜ਼ਾਰ ਰੁਪਈਆ ਉੱਤੇ ਵੀ ਕੁਝ ਹੋਰ ਚਾਰਜਸ ਵੀ ਹੈਗੇ ਨੇ, ਕਿਉਂਕਿ ਜਿਨ੍ਹਾਂ ਦਾ 10 ਲੱਖ ਆਇਆ ਸੀ ਉਹਨਾਂ ਨੂੰ 9,71,000 ਰੁਪਈਆ ਕੁਝ ਲੋਕਾਂ ਨੂੰ ਮਿਲਿਆ। ਤੇ ਇਹਦਾ ਮਤਲਬ 25,000 ਉਹ ਤੇ 2-3 ਹਜ਼ਾਰ ਰੁਪਈਆ ਹੋਰ ਐਕਸਟਰਾ ਵੀ ਚਾਰਜਸ ਹੈਗੇ ਨੇ। ਉਹਨਾਂ ਨੇ ਕਿਹਾ ਜੀ ਇਹ ਕਿਸ ਮਦ ਦੇ ਚਾਹੁੰਦੇ ਨੇ। ਮੈਂ ਕਿਹਾ ਵਾਕਈ ਯਾਰ ਮੈਂ ਇਸ ਚੀਜ਼ ਦਾ ਸਰਚ ਨਹੀਂ ਕਰ ਸਕਿਆ। ਮੈਂ ਵੈਸੇ ਸੋਚੀ ਜ਼ਰੂਰ ਸੀ ਇਹ ਗੱਲ, ਲੇਕਿਨ ਮੈਨੂੰ ਇਹੀ ਲੱਗਾ ਸੀ ਕਿ ਸ਼ਾਇਦ ਇਹ ਕਾਰਡ ਫੀਸ ਦੇ ਵਿੱਚ ਹੀ ਆਉਂਦੇ ਹੋਣਗੇ, ਜਿਵੇਂ ਅਸੀਂ ATM ਕਾਰਡ ਵਗੈਰਾ ਯੂਜ਼ ਕਰਦੇ ਹਾਂ ਉਹਨਾਂ 'ਚ ਵੀ ਇੱਕ ਫੀਸ ਹੁੰਦੀ ਹੈ। ਲੇਕਿਨ ਉਹਨਾਂ ਨੇ ਕਿਹਾ ਜੀ ਮੈਂ ਕਿਸੇ ਨਾਲ ਡਿਸਕਸ ਕੀਤੀ ਹੈ, ਕਿਸੇ ਮੁਫਤੀ ਦੇ ਨਾਲ, ਕਿਸੇ ਆਲਮ ਦੇ ਨਾਲ, ਤੇ ਉਹਨਾਂ ਨੇ ਇਸ ਚੀਜ਼ ਨੂੰ ਰਿਜੈਕਟ ਕੀਤਾ। ਮੈਂ ਕਿਹਾ ਮੈਂ ਇਨਸ਼ਾਅੱਲਾ ਇਹਦੇ 'ਤੇ ਗੱਲ ਕਰਾਂਗਾ, ਔਰ ਇਹ ਵੀ ਮੇਰੀ ਕੋਸ਼ਿਸ਼ ਆ ਕਿ ਕੱਲ੍ਹ ਦੀ ਡੇਟ 'ਚ ਮੈਂ ਇੱਕ ਮੁਫਤੀ ਸਾਹਿਬ ਕੋਲ ਟਾਈਮ ਲਿਆ, ਇੱਕ ਆਪਣੇ ਨਜ਼ਦੀਕੀ ਆਲਮ ਦੀਨ ਕੋਲੋਂ, ਜਿਨ੍ਹਾਂ ਨਾਲ ਸਾਡਾ ਇੱਕ ਬਹੁਤ ਪਿਆਰ ਮੁਹੱਬਤ ਦਾ ਤਲਕ ਵੀ ਹੈ। ਉਹਨਾਂ ਕੋਲ ਮੈਂ ਟਾਈਮ ਲਿਆ, ਉਹ ਵੀ ਥੋੜ੍ਹੀ ਜਿਹੀ ਉਹਨਾਂ ਨੂੰ ਮੈਂ ਸਾਰੀ ਡਿਟੇਲ ਦੇ ਚੁੱਕਿਆ ਵਾਂ, ਔਰ ਰਿਸਰਚ ਕਰ ਰਹੇ ਨੇ ਇਹਦੇ 'ਤੇ ਇਨਸ਼ਾਅੱਲਾ ਕੱਲ੍ਹ ਨੂੰ ਹੋ ਸਕਦਾ ਕਿ ਮੇਰੇ ਨਾਲ ਬੈਠ ਕੇ ਉਹ ਵੀਡੀਓ ਬਣਾਉਣ, ਔਰ ਉਹਨਾਂ ਕੋਲ ਅਸੀਂ ਕੁਛ ਮਿੱਠੇ ਸਵਾਲਾਤ ਕਰਾਂਗੇ, ਔਰ ਸਾਨੂੰ ਵੀ ਪਤਾ ਲੱਗੇਗਾ ਆਇਆ ਕਿ ਅਸੀਂ ਗਲਤ ਹਾਂ ਜਾਂ ਸਹੀ ਹਾਂ। ਕਿਉਂਕਿ ਅਸੀਂ ਬੇਸ਼ੱਕ ਜਿਤਨਾ ਵੀ ਇਲਮ ਰੱਖਦੇ ਹੋਈਏ ਇੱਕ ਆਲਮ ਦੀਨ ਦੇ ਬਰਾਬਰ ਇਲਮ ਨਹੀਂ ਰੱਖ ਸਕਦੇ। ਅਸੀਂ ਉਹਨਾਂ ਦੇ ਮੁਹਤਾਜ ਹੁੰਦੇ ਹਾਂ, ਉਹਨਾਂ ਕੋਲ ਪੁੱਛਣਾ ਹੁੰਦਾ, ਕਈ ਉਹਨਾਂ ਕੋਲੋਂ ਯਾਨੀ ਕਿ ਮਸਾਇਲ ਪੁੱਛ ਕੇ ਅਸੀਂ ਚੱਲਣਾ ਹੁੰਦਾ। ਬਹਰਹਾਲ ਇਹ ਤੁਹਾਨੂੰ ਐਡਵਾਂਸ ਮੈਂ 2 ਵੀਡੀਓ ਦਾ ਦੱਸਤਾ ਕਿ ਇੱਕ ਮੇਰੀ ਅੱਜ ਦੀ ਡੇਟ ਹੈ ਜਾਂ ਕੱਲ੍ਹ ਦੀ ਡੇਟ ਹੈ, ਇਹ ਵੀਡੀਓ ਆ ਜਾਏਗੀ ਜਿਹਦੇ 'ਤੇ ਤੁਸੀਂ PM ਯੂਥ ਲੋਨ ਸਕੀਮ ਦੇ ਤੁਸੀਂ ਅਪਲਾਈ ਕਰ ਸਕੋਗੇ। ਮੁਕੰਮਲ ਡਿਟੇਲ ਦਿਆਂਗਾ ਕੰਪਿਊਟਰ ਸਕਰੀਨ ਰਿਕਾਰਡ ਕਰਕੇ। ਦੂਸਰੀ ਕਿ ਮੈਂ ਮੁਫਤੀ ਸਾਹਿਬ ਕੋਲ ਟਾਈਮ ਲੈ ਰਿਹਾ, ਮੌਲਾਨਾ ਸਾਹਿਬ ਕੋਲ, ਅਗਰ ਮੈਨੂੰ ਉਹ ਟਾਈਮ ਮਿਲ ਗਿਆ, ਬਲਕਿ ਉਹਨਾਂ ਨੇ ਹਾਮੀ ਤਾਂ ਪੜ੍ਹ ਲਈ ਹੋਈ ਹੈ, ਲੇਕਿਨ ਫਿਰ ਵੀ ਕੁਝ ਵੀ ਹੋ ਸਕਦਾ, ਕਿਸੇ ਟਾਈਮ ਵੀ ਉਹ ਇਨਕਾਰ ਵੀ ਕਰ ਸਕਦੇ ਨੇ, ਮੈਂ ਜ਼ਿੱਦ ਤੇ ਨਹੀਂ ਕਰ ਸਕਦਾ ਉਹਨਾਂ ਦਾ। ਲੇਕਿਨ ਅਗਰ ਉਹਨਾਂ ਨੇ ਟਾਈਮ ਮੈਨੂੰ ਦੇ ਦਿੱਤਾ ਤਾਂ ਇਨਸ਼ਾਅੱਲਾ ਮੈਂ ਕੱਲ੍ਹ ਨੂੰ ਹੀ ਉਹਨਾਂ ਦੇ ਨਾਲ ਬੈਠ ਕੇ ਵੀਡੀਓ ਵੀ ਬਣਾਵਾਂਗਾ, ਔਰ ਉਹਨੂੰ ਐਡਿਟ ਹੋਣ ਨੂੰ ਜਿਹੜਾ ਟਾਈਮ ਲੱਗੇਗਾ, ਬਾਕੀ ਉਹ ਜਲਦੀ ਅਪਡੇਟ ਹੋ ਜਾਏਗੀ, ਅਪਲੋਡ ਹੋ ਜਾਏਗੀ। ਇਜਾਜ਼ਤ ਚਾਹੁੰਦਾ, ਵੀਡੀਓ ਪਸੰਦ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ। ਆਪਣੇ ਦੋਸਤਾਂ ਦੇ ਨਾਲ ਵੀ ਵੀਡੀਓ ਸ਼ੇਅਰ ਕਰਤਾ ਕਰੋ, ਵੀਡੀਓ ਨੂੰ ਪੂਰਾ ਦੇਖਿਆ ਕਰੋ। ਵੀਡੀਓ ਦੇ ਵਿੱਚ ਕਈ ਪੁਆਇੰਟ ਤੇ ਕਈ ਕੰਮ ਦੀਆਂ ਗੱਲਾਂ ਹੁੰਦੀਆਂ ਨੇ। ਆਪਣੀ ਦੁਆਵਾਂ ਯਾਦ ਰੱਖਿਓ। ਅੱਲਾ ਹਾਫਿਜ਼, ਫੀ ਅਮਾਨ ਅੱਲਾ, ਪਾਕਿਸਤਾਨ ਜ਼ਿੰਦਾਬਾਦ।